ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਸਾਰੇ ਮਾਈ ਭਾਈ ਸਤਿਗੁਰੂ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੱਜ ਬੈਠੇ ਹੋ। ਬੜੇ ਪਿਆਰ ਨਾਲ ਗੁਰਬਾਣੀ ਕੀਰਤਨ ਆਪ ਜੀ ਨੇ ਸਾਡੇ ਸਤਿਕਾਰਯੋਗ ਭਾਈ ਸੁਰਜੀਤ ਸਿੰਘ ਤੇ ਉਹਨਾਂ ਦੇ ਜਥੇ ਪਾਸੋਂ ਸ਼ਰਵਨ ਕੀਤਾ ਹੈ। ਆਓ ਹੁਣ ਆਪਣੀਆਂ ਮਨੋਬਿਰਤੀਆਂ ਅੱਜ ਦੇ ਇਸ ਪਵਿੱਤਰ ਇਤਿਹਾਸਕ ਦਿਹਾੜੇ ਨਾਲ ਜੋੜਨ ਦਾ ਯਤਨ ਕਰੀਏ। ਨਾਨਕ ਸ਼ਾਹੀ ਕੈਲੰਡਰ ਮੁਤਾਬਕ ਅੱਜ 3 ਪੁਰਬ ਹਨ। ਇੱਕ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪ੍ਰਕਾਸ਼ ਦਿਵਸ, ਦੂਸਰਾ ਵੈਸਾਖੀ ਤੇ ਤੀਸਰਾ ਖਾਲਸਾ ਜੀ ਦਾ ਸਾਜਨਾ ਦਿਵਸ। ਸੋ ਆਪਾਂ ਅੱਜ ਖਾਲਸਾ ਜੀ ਦੇ ਸਾਜਨਾ ਦਿਵਸ ਦੇ ਸੰਬੰਧ ਵਿੱਚ ਹੀ ਵਿਚਾਰ ਸਾਂਝੇ ਕਰਾਂਗੇ। ਅੱਜ ਦੇ ਦਿਹਾੜੇ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਦੀ ਸਿਰਜਣਾ ਕੀਤੀ ਸੀ ਤੇ ਅੱਜ ਪੂਰੇ 323 ਸਾਲ ਹੋ ਗਏ ਨੇ। ਗੁਰੂ ਮਹਾਰਾਜ ਜੀ ਨੇ ਅੱਜ ਦੇ ਦਿਹਾੜੇ ਸਾਨੂੰ ਕੁਝ ਗੁਣ ਬਖਸ਼ੇ ਸਨ। ਅੱਜ ਆਪਾਂ ਉਹਨਾਂ ਗੁਣਾਂ ਵੱਲ ਝਾਤੀ ਮਾਰਨੀ ਹੈ ਅਤੇ ਵੇਖਣਾ ਹੈ ਕਿ ਕੀ ਅੱਜ ਅਸੀਂ ਜਿਨ੍ਹਾਂ ਨੂੰ ਗੁਰੂ ਜੀ ਨੇ ਖਾਲਸਾ ਬਣਾਇਆ ਸੀ, ਕਿ ਉਹ ਖਾਲਸੇ ਵਾਲੇ ਗੁਣ ਸਾਡੇ ਵਿੱਚ ਹਨ ਕਿ ਨਹੀਂ। ਇਨਸਾਨ ਗੁਣਾਂ ਦਾ ਹੁੰਦਾ ਹੈ, ਨਾ ਕਿ ਇਨਸਾਨ ਕਿਸੇ ਭੇਖ ਦਾ। ਕਿਸੇ ਵੱਖਰੀ ਕਿਸਮ ਦੇ ਕੱਪੜੇ ਪਾਇਆ, ਕਿਸੇ ਵੱਖਰੇ ਕਿਸਮ ਦੀਆਂ ਸਰੀਰ ਉੱਤੇ ਕੋਈ ਚਿਹਨ ਚੱਕਰ ਪਾਇਆ, ਕੋਈ ਚੰਗਾ ਇਨਸਾਨ ਕੇਵਲ ਉਹਨਾਂ ਨਾਲ ਨਹੀਂ ਬਣਿਆ ਜਾ ਸਕਦਾ। ਉਹ ਚੰਗੀਆਂ ਚੀਜ਼ਾਂ ਨੇ ਸਾਨੂੰ ਚੰਗਾ ਬਣਨ ਵਿੱਚ ਸਹਾਇਤਾ ਕਰਦੀਆਂ ਨੇ, ਲੇਕਿਨ ਚੰਗੇ ਬਣਨ ਲਈ, ਖਾਲਸਾ ਬਣਨ ਲਈ ਸਾਨੂੰ ਸ਼ੁਭ ਗੁਣਾਂ ਦੀ ਜ਼ਰੂਰਤ ਹੈ, ਜਿਹੜੇ ਸਾਨੂੰ ਗੁਰੂ ਸਾਹਿਬ ਨੇ ਧਾਰਨ ਕਰਨ ਲਈ ਆਖਿਆ। ਇੱਕ ਛੋਟੀ ਜਿਹੀ ਗੁਰੂ ਦਰਬਾਰ ਵਿੱਚ ਚਰਚਾ ਹੋਈ, ਉਸ ਤੋਂ ਮੈਂ ਅੱਜ ਦੀ ਗੱਲ ਪ੍ਰਾਰੰਭ ਕਰਨਾ ਚਾਹੁੰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਿੱਖ ਸੰਗਤ ਵਿੱਚ ਬੈਠੇ ਸਨ ਤੇ ਗੱਲਾਂ ਚੱਲ ਪਈਆਂ ਕੁਝ ਸ਼ੁਭ ਗੁਣਾਂ ਦੀਆਂ, ਤੇ ਉਹਨਾਂ ਸਾਰਿਆਂ ਗੁਣਾਂ ਵਿੱਚੋਂ ਇੱਕ ਗੱਲ ਸ਼ੁਰੂ ਹੋ ਗਈ ਖਿਮਾ ਦੀ, ਕਿਸੇ ਨੂੰ ਮੁਆਫ ਕਰ ਦੇਣ ਦੀ, ਕਿਸੇ ਦੇ ਗੁਨਾਹ ਨਾ ਵੇਖਣ ਦੀ। ਤੇ ਗੱਲ ਇਹ ਚੱਲੀ ਕਿ ਸਾਡੇ ਸਾਰਿਆਂ ਵਿੱਚ ਕੀ ਇਹ ਸੱਚੀ ਮੁੱਚੀ ਗੁਣ ਹੈ? ਅਸੀਂ ਕਿਸੇ ਨੂੰ ਮੁਆਫ ਕਰਨ ਦੀ ਹਿੰਮਤ ਰੱਖਦੇ ਹਾਂ? ਕਿਸੇ ਨੇ ਸਾਨੂੰ ਬੋਲ ਕਬੋਲ ਕੁਝ ਬੋਲ ਦਿੱਤੇ ਨੇ, ਕਿਸੇ ਪਾਸੋਂ ਸਾਡਾ ਜਾਣੇ ਜਾਂ ਅਣਜਾਣੇ ਕੋਈ ਨੁਕਸਾਨ ਹੋ ਗਿਆ ਹੈ, ਕੀ ਅਸੀਂ ਉਸ ਨੂੰ ਮੁਆਫ ਕਰਦੇ ਹਾਂ ਕਿ ਸਜ਼ਾ ਦੇਣ ਦੇ ਹੱਕ ਵਿੱਚ ਰਹਿੰਦੇ ਹਾਂ? ਵੈਸੇ ਸਾਨੂੰ ਰਹਿਤਨਾਮਿਆਂ ਵਿੱਚ ਇਹ ਗੱਲ ਮਿਲਦੀ ਹੈ ਲਿਖੀ ਹੋਈ ਕਿ ਜੇ ਸਿੱਖ ਪਾਸੋਂ ਕਿਸੇ ਪ੍ਰਕਾਰ ਦੀ ਕਿਸੇ ਦੀ ਕੋਈ ਅਵੱਗਿਆ ਹੋ ਜਾਏ, ਕਿਸੇ ਕੋਲੋਂ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ, ਕਿਸੇ ਕੋਲੋਂ ਕਿਸੇ ਦਾ ਕੋਈ ਨੁਕਸਾਨ ਕੀਤਾ ਗਿਆ ਹੋਵੇ, ਤੇ ਜਿਸ ਕੋਲੋਂ ਇਹ ਚੀਜ਼ਾਂ ਹੋਈਆਂ ਨੇ ਸਾਨੂੰ ਪਤਾ ਤੇ ਹੁੰਦਾ ਹੀ ਏ
ਤੇ ਰਹਿਤਨਾਮੇ ਕਹਿੰਦੇ ਨੇ ਸਾਨੂੰ ਸ਼ਾਮੀ ਰਾਤ ਦੀ ਰੋਟੀ ਖਾਣ ਤੋਂ ਪਹਿਲਾਂ ਜਿਸ ਦਾ ਅਸੀਂ ਕੁਝ ਵਾਧਾ ਵਟਾ ਕੀਤਾ ਉਹਦੇ ਕੋਲੋਂ ਜਾ ਕੇ ਮੁਆਫੀ ਮੰਗ ਲੈਣੀ ਚਾਹੀਦੀ ਏ। ਇਹ ਗੁਰੂ ਮਹਾਰਾਜ ਨੇ ਸਾਨੂੰ ਹਦਾਇਤਾਂ ਦਿੱਤੀਆਂ। ਇਹੋ ਜਿਹੇ ਬਚਨ ਸਿੱਖ ਸੰਗਤਾਂ ਵਿੱਚ ਚੱਲਦੇ ਸਨ ਪਏ। ਇੱਕ ਸਿੱਖ ਨੇ ਆਖਿਆ, ਗੁਰੂ ਜੀ, ਇੱਕ ਧਰਮ ਦਾ ਨਾਂ ਲੈ ਕੇ, ਇੱਕ ਸਮਾਜ ਦਾ ਨਾਂ ਲੈ ਕੇ, ਕਿ ਉਸ ਸਮਾਜ ਦੇ ਵਿੱਚ ਇੱਕ ਨਿਯਮ ਹੈ, ਇੱਕ ਅਸੂਲ ਹੈ। ਉਹ ਅਸੂਲ ਇਹ ਆ ਕਿ ਜੇ ਉਸ ਧਰਮ ਦਾ ਧਾਰਨੀ ਗਲਤੀ ਕਰਕੇ ਆ ਕੇ ਮੁਆਫੀ ਮੰਗ ਲਵੇ ਤੇ ਉਹਨੂੰ ਬਖਸ਼ ਦਿੱਤਾ ਜਾਂਦਾ ਹੈ। ਦੁਬਾਰਾ ਉਜ਼ਰ ਨਹੀਂ ਕੀਤਾ ਜਾਂਦਾ ਕਿ ਇਸਨੇ ਗਲਤੀ ਕੀਤੀ ਹੈ, ਉਸ ਨੂੰ ਮਾਫ ਕਰ ਦਿੱਤਾ ਜਾਂਦਾ ਹੈ। ਪਰ ਜੇ ਦੁਬਾਰਾ ਕਰਕੇ ਆਵੇ ਤੇ ਉਸ ਨੂੰ ਮਾਫ ਨਹੀਂ ਕੀਤਾ ਜਾਂਦਾ, ਫਿਰ ਸਜ਼ਾ ਦਾ ਉਹਨੂੰ ਗਲਤੀ ਦੀ ਜਿਹੜੀ ਸਜ਼ਾ ਬਣਦੀ ਉਹ ਦਿੱਤੀ ਜਾਂਦੀ ਹੈ। ਇੱਕ ਦੂਜੇ ਸਿੱਖ ਨੇ ਕਿਸੇ ਹੋਰ ਧਰਮ ਦਾ ਨਾਂ ਲਿਆ ਕਿ ਫਲਾਣੇ ਧਰਮ ਵਿੱਚ 7 ਵਾਰੀ ਕਿਸੇ ਦੀਆਂ ਗਲਤੀਆਂ ਮੁਆਫ ਕੀਤੀਆਂ ਜਾਂਦੀਆਂ ਨੇ। ਜੇ ਉਹ 7 ਵਾਰੀ ਵੀ ਬੰਦਾ ਨਾ ਸੁਧਰੇ ਤੇ ਫਿਰ ਉਹਨੂੰ ਸਜ਼ਾ ਦਿੱਤੀ ਜਾਂਦੀ ਏ। ਇੱਕ ਤੀਜੇ ਬੰਦੇ ਨੇ ਹੋਰ ਵੱਡੀ ਛਾਲ ਮਾਰੀ, ਆਖਣ ਲੱਗਾ ਇੱਕ ਸਮਾਜ ਇਹੋ ਜਿਹਾ ਜਿਹਦੇ ਵਿੱਚ 70 ਵਾਰੀ ਕੋਈ ਗਲਤੀਆਂ ਕਰ ਆਵੇ ਤੇ ਉਹਨੂੰ ਮੁਆਫ ਕੀਤਾ ਜਾਂਦਾ, ਉਸ ਤੋਂ ਬਾਅਦ ਸਜ਼ਾ ਦਿੱਤੀ ਜਾਂਦੀ ਏ। ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਸਾਰੇ ਬਚਨ ਸੁਣ ਰਹੇ ਸਨ ਤੇ ਇਹ ਸਾਰੇ ਬਚਨ ਸੁਣ ਕੇ ਆਖਣ ਲੱਗੇ ਕਿ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਗਿਣਤੀਆਂ ਮਿਣਤੀਆਂ ਨਹੀਂ ਹੁੰਦੀਆਂ। ਇੱਥੇ ਕੋਈ ਕਿੰਨੀਆਂ ਵੀ ਗਲਤੀਆਂ ਕਰਕੇ ਆਵੇ ਤੇ ਆ ਕੇ ਸੰਗਤ ਵਿੱਚ ਮੁਆਫੀ ਮੰਗ ਲਏ ਤੇ ਉਹਨੂੰ ਮੁਆਫ ਕਰ ਦਿੱਤਾ ਜਾਂਦਾ ਹੈ। ਉਹਦੀ ਗਲਤੀ ਚਿਤਾਰੀ ਹੀ ਨਹੀਂ ਜਾਂਦੀ। ਸੋ ਗੁਰੂ ਨਾਨਕ ਸਾਹਿਬ ਦਾ ਜਿਹੜਾ ਦਰ ਹੈ, ਗੁਰੂ ਨਾਨਕ ਸਾਹਿਬ ਦਾ ਜਿਹੜਾ ਘਰ ਏ, ਇਹ ਹੈ ਹੀ ਬਖਸ਼ਿਸ਼ਾਂ ਦਾ ਘਰ। ਇਹ ਘਰ ਹੀ ਮਿਹਰਬਾਨੀਆਂ ਦਾ ਘਰ ਏ। ਇੱਥੇ ਕਿਸੇ ਨੂੰ ਕਦੀ ਨਹੀਂ ਪੁੱਛਿਆ ਜਾਂਦਾ ਕਿ ਤੂੰ ਅੱਗੇ ਤੋਂ ਕੀ ਕਰੇਂਗਾ। ਅੱਗੇ ਜੋ ਹੋਏਗਾ ਫਿਰ ਵੇਖੀ ਜਾਏਗੀ। ਅੱਜ ਦੀ ਗੱਲ ਏ ਕਿ ਕਿਸੇ ਨੇ ਗਲਤੀ ਕੀਤੀ ਏ ਤੇ ਸੰਗਤ ਵਿੱਚ ਆ ਕੇ ਖਿਮਾ ਯਾਚਨਾ ਕੀਤੀ ਏ, ਉਸ ਨੂੰ ਮੁਆਫੀ ਮਿਲ ਜਾਂਦੀ ਏ। ਗੁਰੂ ਮਹਾਰਾਜ ਜੀ ਨੇ ਬਾਣੀ ਵਿੱਚ ਬਚਨ ਲਿਖੇ ਨੇ, ਪਹਿਲੇ ਪਾਤਸ਼ਾਹ ਜੀ ਨੇ, ਖਿਮਾ ਗਹੀ ਬ੍ਰਤ ਸੀਲ ਸੰਤੋਖੰ, ਰੋਗ ਨਾ ਵਿਆਪੈ ਨਾ ਜਮ ਦੋਖੰ। ਜਿਸ ਬੰਦੇ ਨੇ ਖਿਮਾ ਦਾ ਪੱਲਾ ਫੜ ਲਿਆ, ਜਿਸ ਬੰਦੇ ਦੇ ਵਿੱਚ ਗੁਣ ਆ ਗਿਆ ਕਿ ਉਹ ਕਿਸੇ ਦੂਸਰੇ ਨੂੰ ਮੁਆਫ ਕਰਨ ਦੀ ਹਿੰਮਤ ਆਪਣੇ ਅੰਦਰ ਜੁਟਾ ਸਕਦਾ ਹੈ, ਉਸਨੇ ਮਾਨੋ ਖਿਮਾ ਦਾ ਪੱਲਾ ਫੜ ਲਿਆ। ਖਿਮਾ ਗਹੀ ਬ੍ਰਤ ਦਾ ਮਤਲਬ ਵਿਦਵਾਨ ਲਿਖਦੇ ਨੇ ਕਿਸੇ ਨਿਯਮ ਨੂੰ ਜਿਸ ਨੂੰ ਧਾਰਨ ਕਰ ਲਈਏ ਉਸ ਨੂੰ ਫਿਰ ਨਿਭਾਉਣਾ। ਜੇ ਖਾਲਸੇ ਨੇ ਆ ਕੇ ਗੁਰੂ ਮਹਾਰਾਜ ਦੇ ਕੋਲੋਂ ਅੰਮ੍ਰਿਤ ਦੀ ਦਾਤ ਲਈ ਤੇ ਜਿਹੜੇ ਬਚਨ ਗੁਰੂ ਮਹਾਰਾਜ ਜੀ ਨੇ ਆਖੇ ਉਹਨਾਂ ਨੂੰ ਨਿਭਾਇਆ, ਬਸ ਉਹਨਾਂ ਬਚਨਾਂ ਨੂੰ ਨਿਭਾਉਣਾ ਹੀ ਵਰਤ ਰੱਖਣਾ ਹੁੰਦਾ ਹੈ। ਵਰਤ ਰੱਖਣ ਦਾ ਇਹ ਮਤਲਬ ਨਹੀਂ ਕਿ ਸਾਰੇ ਦਿਨ ਭੁੱਖੇ ਰਹਿਣਾ ਹੈ, ਸਗੋਂ ਕਿਸੇ ਨਿਯਮ ਨੂੰ ਧਾਰਨ ਕਰ ਲਿਆ ਤੇ ਉਸ ਨੂੰ ਤਾਂ ਜ਼ਿੰਦਗੀ ਅਪਣਾ ਕੇ ਰੱਖਣਾ, ਉਸ ਤੇ ਪੂਰਿਆਂ ਉਤਰਨਾ, ਇਸ ਨੂੰ ਵਰਤ ਆਖਦੇ ਨੇ। ਸੀਲ ਦਾ ਮਤਲਬ ਹੁੰਦਾ ਹੈ ਸੁਭਾਅ ਮਿੱਠਾ ਰੱਖਣਾ, ਕਿਸੇ ਨਾਲ ਝਗੜਾ ਨਾ ਕਰਨਾ, ਕਿਸੇ ਨਾਲ ਵਾਧਾ ਵਟਾ ਨਾ ਕਰਨਾ, ਮਿੱਠੇ ਬਚਨ ਬੋਲਣੇ, ਚੰਗੇ ਕਰਮ ਕਰਨੇ, ਇਸ ਨੂੰ ਸੀਲ ਸੁਭਾਅ ਆਖਿਆ ਜਾਂਦਾ ਹੈ। ਤੇ ਸੰਤੋਖ ਆਪਾਂ ਸਾਰੇ ਜਾਣਦੇ ਹਾਂ, ਲਾਲਚ ਦਾ ਤਿਆਗ ਕਰਨਾ, ਧਰਮ ਦੀ ਕਿਰਤ ਕਰਨਾ, ਤੇ ਧਰਮ ਦੀ ਕਿਰਤ ਕਰਦਿਆਂ ਜੋ ਉਹਦੇ ਚੋਂ ਕਮਾਈ ਹੋਵੇ ਉਸ ਕਮਾਈ ਦੇ ਨਾਲ ਆਪਣਾ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ, ਇਸ ਨੂੰ ਸੰਤੋਖ ਰੱਖਣਾ ਆਖਦੇ ਨੇ। ਸੋ ਇਹ ਜੀ ਸਾਰੇ ਗੁਣ ਹਨ ਜਿਹੜੇ ਗੁਰੂ ਸਾਹਿਬ ਨੇ ਸਾਨੂੰ ਅਪਣਾਉਣ ਲਈ ਆਖਿਆ। ਸਭ ਤੋਂ ਪਹਿਲਾਂ ਖਿਮਾ, ਫਿਰ ਨਿਯਮ ਦੀ ਪਾਲਣਾ, ਨਿਯਮ ਦੀ ਉਲੰਘਣਾ ਨਾ ਕਰਨਾ,
ਫਿਰ ਜੀਵਨ ਵਿੱਚ ਮਿਠਾਸ ਹੋਣੀ, ਮਿੱਠੇ ਬਚਨ ਬੋਲਣੇ, ਕਿਸੇ ਦਾ ਦਿਲ ਨਾ ਦੁਖਾਣਾ ਤੇ ਸਬਰ ਸੰਤੋਖ ਦੀ ਜ਼ਿੰਦਗੀ ਬਤੀਤ ਕਰਨਾ। ਜੇ ਸਿੱਖ ਇਸ ਤਰ੍ਹਾਂ ਕਰੇ, ਰੋਗ ਨਾ ਵਿਆਪੈ, ਉਸ ਨੂੰ ਕਿਸੇ ਪ੍ਰਕਾਰ ਦਾ, ਜਿਹੜੇ ਸਾਡੇ ਅੰਦਰ 5 ਵਿਕਾਰ ਨੇ, ਇਹ ਇੱਕ ਤਰ੍ਹਾਂ ਦੇ ਸਾਨੂੰ ਰੋਗ ਲੱਗੇ ਹੋਏ ਨੇ, ਫਿਰ ਕਿਸੇ ਵੀ ਵਿਕਾਰ ਦਾ ਕੋਈ ਵੀ ਰੋਗ ਉਹਦੇ ਤੇ ਭਾਰੂ ਨਹੀਂ ਹੋ ਸਕਦਾ, ਜਿਸ ਮਨੁੱਖ ਨੇ ਉੱਤੇ ਦੱਸੇ ਗੁਣ ਧਾਰਨ ਕਰ ਲਏ। ਨਾ ਜਮ ਦੋਖੰ, ਨਾ ਤੇ ਉਹਨੂੰ ਵਿਕਾਰ ਸਤਾਏਗਾ, ਫਿਰ ਵਿਕਾਰ ਰੂਪੀ ਕੋਈ ਰੋਗ ਲੱਗੇਗਾ, ਤੇ ਨਾ ਹੀ ਉਹਨੂੰ ਮੌਤ ਦੁੱਖ ਦੇਵੇਗੀ, ਨਾ ਹੀ ਉਹ ਮੌਤ ਤੋਂ ਡਰੇਗਾ। ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 5 ਪਿਆਰਿਆਂ ਨੂੰ ਕਿਸੇ ਇੱਕ ਤੰਬੂ ਵਿੱਚ ਲਿਜਾ ਕੇ ਸਿਰਫ ਹੋਰ ਕੁਝ ਨਹੀਂ ਸੀ ਕੀਤਾ, ਉਹਨਾਂ ਦਾ ਮਰਨ ਦਾ ਡਰ ਹੀ ਉਤਾਰਿਆ ਸੀ ਕਿ ਮਰਨ ਦੇ ਨਾਲ ਜ਼ਿੰਦਗੀ ਸਮਾਪਤ ਨਹੀਂ ਹੋ ਜਾਂਦੀ। ਇਹ ਸਾਡੇ ਜੀਵਨ ਦਾ ਇੱਕ ਪੜਾਅ ਹੁੰਦਾ ਹੈ, ਮਰਨ, ਜਿਸ ਨੂੰ ਆਪਾਂ ਮੌਤ ਆਖਦੇ ਹਾਂ। ਜ਼ਿੰਦਗੀ ਕਦੇ ਮਰਨ ਨਾਲ ਸਮਾਪਤ ਨਹੀਂ ਹੁੰਦੀ। ਜ਼ਿੰਦਗੀ ਬੜੀ ਲੰਮੀ ਹੈ ਤੇ ਪਤਾ ਨਹੀਂ ਇਹ ਕਦੋਂ ਤੱਕ ਚੱਲਣੀ ਹੈ। ਉਦੋਂ ਤੱਕ ਚੱਲਣੀ ਹੈ ਜਦੋਂ ਤੱਕ ਅਸੀਂ ਉਹਦੇ ਵਿੱਚ ਅਭੇਦ ਨਹੀਂ ਹੋ ਜਾਂਦੇ। ਇਹ ਜਿਹੜਾ ਮਰਨ ਦਾ ਡਰ ਸੀ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅੱਜ ਦੇ ਦਿਨ ਸਾਡਾ ਉਤਾਰਿਆ ਸੀ ਤੇ ਸਾਨੂੰ ਇਹ ਗੱਲ ਸਮਝਾਈ ਸੀ ਕਿ ਤੁਸੀਂ ਸਰੀਰਕ ਤੌਰ ਤੇ ਮਰ ਜਾਣ ਦੇ ਨਾਲ ਕਦੇ ਮਰਦੇ ਨਹੀਂ ਹੋ। ਇਸੇ ਲਈ ਸ਼ਾਇਦ ਗੁਰੂ ਕੇ ਸਿੱਖਾਂ ਨੇ, ਜਿਨ੍ਹਾਂ ਨੇ ਬਚਨ ਸਮਝ ਲਏ ਸਨ, ਉਹਨਾਂ ਨੇ ਆਪਣੇ ਸਿਰ ਨੂੰ ਤਲੀ ਤੇ ਰੱਖ ਲਿਆ ਸੀ, ਜਿਸ ਤੋਂ ਭਾਵ ਇਹ ਕਿ ਉਹਨਾਂ ਨੇ ਆਪਣਾ ਆਪਾ ਗੁਰੂ ਦੇ ਸਮਰਪਿਤ ਕਰ ਦਿੱਤਾ। ਉਹਨਾਂ ਨੇ ਗੁਰੂ ਦੇ ਇੱਕ ਬਚਨ ਤੋਂ, ਬਚਨ ਤੇ ਵੱਡੀ ਗੱਲ, ਇੱਕ ਇਸ਼ਾਰੇ ਤੋਂ ਆਪਣੀਆਂ ਜਾਨਾਂ ਘੋਲ ਘੁਮਾਈਆਂ ਸਨ, ਆਪਣਾ ਆਪਾ ਕੁਰਬਾਨ ਕਰ ਦਿੱਤਾ ਸੀ। ਜਿਨ੍ਹਾਂ ਸੱਜਣਾਂ ਨੂੰ ਇਹ ਗੁਣ ਸਮਝ ਵਿੱਚ ਆ ਗਏ, ਉਹਨਾਂ ਦਾ ਮੌਤ ਦਾ ਡਰ ਵੀ ਲੱਥ ਜਾਂਦਾ ਹੈ। ਮੁਕਤ ਭਏ ਪ੍ਰਭ ਰੂਪ ਨ ਰੇਖੰ, ਮੁਕਤੀ ਹੀ ਤੇ ਦਿੱਤੀ ਸੀ ਗੁਰੂ ਜੀ ਨੇ ਅੱਜ ਸਾਨੂੰ। ਤੇ ਮੁਕਤੀ ਕਾਹਦੇ ਤੋਂ? ਵਿਕਾਰਾਂ ਤੋਂ। ਮੁਕਤ ਕੀਤਾ ਸੀ ਸਾਨੂੰ ਅੱਜ ਦੇ ਦਿਨ ਮੌਤ ਦੇ ਡਰ ਤੋਂ। ਉਹ ਲੋਕ ਮੁਕਤ ਹੋ ਜਾਂਦੇ ਨੇ ਜਿਹੜੇ ਗੁਰੂ ਵਾਲੇ ਬਣ ਜਾਂਦੇ ਨੇ, ਜਿਹੜੇ ਗੁਰੂ ਦੇ ਹੁਕਮ ਨੂੰ ਮੰਨਦੇ ਨੇ, ਜਿਹੜੇ ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਜਿਉਂਦੇ ਨੇ, ਉਹ ਮੁਕਤ ਹੋ ਜਾਂਦੇ ਨੇ ਤੇ ਅਸਲ ਵਿੱਚ ਉਹ ਪ੍ਰਭੂ ਦਾ ਰੂਪ ਹੋ ਜਾਂਦੇ ਨੇ, ਜਿਸ ਪ੍ਰਭੂ ਦਾ ਨਾ ਕੋਈ ਰੂਪ ਹੈ ਤੇ ਨਾ ਕੋਈ ਰੇਖ ਭੇਖ ਹੈ। ਅਸੀਂ ਅੱਜ ਦੇ ਦਿਹਾੜੇ, ਸਾਡਾ ਸਾਰਾ ਸਮਾਜ ਇੱਕ ਭੇਖ ਦੀ ਗੱਲ ਜ਼ਰੂਰ ਕਰਦਾ ਹੈ। ਮੈਂ 5 ਕਿਕਾਰਾਂ ਦੇ ਵਿਰੋਧ ਵਿੱਚ ਨਹੀਂ ਹਾਂ, ਲੇਕਿਨ ਮੈਂ ਭੇਖ ਦੇ ਵਿਰੋਧ ਵਿੱਚ ਜ਼ਰੂਰ ਹਾਂ। ਔਰ ਭੇਖ ਦੇ ਵਿਰੋਧ ਵਿੱਚ ਮੈਂ ਆਪਣੀ ਮਰਜ਼ੀ ਨਾਲ ਨਹੀਂ, ਗੁਰੂ ਦੇ ਇਸ਼ਾਰੇ ਤੇ ਹਾਂ। ਗੁਰੂ ਜੀ ਸਾਨੂੰ ਬਾਰ-ਬਾਰ ਕਹਿੰਦੇ ਨੇ ਕਿ ਕਿਸੇ ਭੇਖ ਦੇ ਧਾਰਨ ਨਾਲ ਅਭੇਖ ਵਾਹਿਗੁਰੂ ਪ੍ਰਾਪਤ ਨਹੀਂ ਹੁੰਦਾ। ਅੱਗੇ ਆਪਾਂ ਥੋੜੀ ਹੋਰ ਗੱਲ ਕਰਨੀ ਹੈ ਕਿ ਗੁਰੂ ਮਹਾਰਾਜ ਜੀ ਨੇ ਸਾਨੂੰ ਕਿਵੇਂ ਇਹ ਸ਼ੁਭ ਗੁਣ ਦਿੱਤੇ, ਜਿਨ੍ਹਾਂ ਗੁਣਾਂ ਨੂੰ ਆਪਾਂ ਧਾਰਨ ਕਰਨਾ ਹੈ, ਤੇ ਫਿਰ ਅਸੀਂ ਜਨਮ ਤੇ ਮਰਨ ਤੋਂ ਵੀ ਮੁਕਤ ਹੋਣਾ ਹੈ, ਤੇ ਜੀਵਨ ਦੇ ਵਿੱਚ ਰਹਿੰਦਿਆਂ ਅਸੀਂ ਵਿਕਾਰਾਂ ਤੋਂ ਮੁਕਤ ਵੀ ਹੋਣਾ ਹੈ, ਤੇ ਇਹਨਾਂ ਭੇਖਾਂ ਆਦਿਕ ਤੋਂ ਉੱਚਾ ਉੱਠਣਾ ਹੈ। ਸੋ ਆਓ ਅਸੀਂ ਵਿਚਾਰਦੇ ਹਾਂ ਕਿ ਅੱਜ ਦੇ ਦਿਨ ਗੁਰੂ ਜੀ ਨੇ ਸਾਨੂੰ ਖਾਲਸਾ ਨਾਮ ਦਿੱਤਾ ਸੀ, ਉਸ ਸਾਧ ਸੰਗਤ ਨੂੰ ਜਿਹਨੂੰ ਪਹਿਲਾਂ ਕੇਵਲ ਸਾਧ ਸੰਗਤ ਆਖਿਆ ਜਾਂਦਾ ਸੀ, ਜਿਸ ਨੂੰ ਸਤ ਸੰਗਤ ਆਖਿਆ ਜਾਂਦਾ ਸੀ। ਉਸ ਸਤ ਸੰਗਤ ਨੂੰ, ਉਸ ਸਾਧ ਸੰਗਤ ਨੂੰ ਗੁਰੂ ਜੀ ਨੇ ਖਾਲਸਾ ਸੰਗਤ ਆਖਿਆ ਸੀ। ਜਿਹੜਾ ਖਾਲਸਾ ਸ਼ਬਦ ਹੈ, ਇੱਕ ਅਰਬੀ ਦਾ ਸ਼ਬਦ ਹੈ ਜੀ, ਖਾਲਿਸ। ਇਹ ਉਸ ਖਾਲਿਸ ਤੋਂ ਬਣਿਆ ਹੋਇਆ ਹੈ, ਖਾਲਸਾ। ਤੇ ਜੇ ਤੁਸੀਂ ਅਰਬੀ ਦੇ ਖਾਲਿਸ ਸ਼ਬਦ ਦੇ ਅਰਥ ਲੱਭਣੇ ਹੋਣ ਤੇ ਉਹਦੇ ਆ 6 ਅਰਥ ਲੱਭਦੇ ਨੇ, ਜਿਹੜੇ ਮੈਂ ਤੁਹਾਡੇ ਸਾਹਮਣੇ ਲਿਖ ਕੇ ਲਿਆਂਦੇ ਨੇ। ਉਸ ਖਾਲਿਸ ਸ਼ਬਦ ਵਿੱਚੋਂ ਇਹ 6 ਅਰਥ ਨਿਕਲਦੇ ਨੇ। ਪਹਿਲੀ ਗੱਲ ਹੈ ਸ਼ੁੱਧ ਹੋਣਾ।
ਸ਼ੁੱਧ ਹੋਣ ਦਾ ਭਾਵ ਇਹ ਨਹੀਂ ਕਿ ਅਸੀਂ ਨਹਾ ਧੋ ਕੇ ਆ ਕੇ ਬਹਿ ਜਾਈਏ ਤੇ ਸ਼ੁੱਧ ਹੋ ਗਏ। ਨਹਾਓ ਧੋਵੋ ਜ਼ਰੂਰ, ਇੱਕ ਵਾਰੀ ਨਹਾਓ, 2 ਵਾਰੀ ਦਿਹਾੜੀ 'ਚ ਨਹਾਓ, ਕੋਈ ਨਹੀਂ ਰੋਕਦਾ, ਪਰ ਉਹਦੇ ਨਾਲ ਸ਼ੁੱਧਤਾ ਨਹੀਂ ਹੁੰਦੀ। ਬਾਹਰੀ ਰੂਪ ਵਿੱਚ ਅਸੀਂ ਸ਼ੁੱਧ ਹੁੰਨੇ ਆ ਉਹਦੇ ਨਾਲ, ਪਰ ਅੰਦਰੋਂ ਜਿਹੜੇ ਵਿਕਾਰ ਨੇ ਉਹ ਉੱਥੇ ਹੀ ਖੜੇ ਰਹਿੰਦੇ ਨੇ। ਸ਼ੁੱਧ ਹੋਣ ਤੋਂ ਭਾਵੇਂ ਆਪਣੇ ਅੰਦਰੋਂ ਸਾਫ਼ ਹੋਣਾ, ਅੰਦਰੋਂ ਸ਼ੁੱਧ ਹੋਣਾ, ਵਿਕਾਰਾਂ ਦੀ ਮੈਲ ਨੂੰ ਉਤਾਰਨਾ। ਜਿਹੜੀ ਜਨਮ ਜਨਮ ਕੀ ਇਸ ਮਨ ਕੋ ਮਲ ਲੱਗ ਗਈ ਹੈ ਨਾ, ਉਸ ਮੈਲ ਨੂੰ ਉਤਾਰਨਾ ਜਿਹੜੀ ਵਿਕਾਰਾਂ ਦੀ ਮੈਲ ਏ। ਮੁਕਤ ਹੋਣ ਤੋਂ ਭਾਵ ਹੁੰਦਾ ਹੈ ਆਜ਼ਾਦ ਹੋਣਾ। ਆਜ਼ਾਦ ਹੋਣਾ ਹੈ ਅਸੀਂ ਇਹਨਾਂ ਵਿਕਾਰਾਂ ਤੋਂ, ਆਜ਼ਾਦ ਹੋਣਾ ਹੈ ਮੌਤ ਦੇ ਫਾਹੀ ਤੋਂ, ਆਜ਼ਾਦ ਹੋਣਾ ਹੈ ਆ ਦੁਨਿਆਵੀ ਮੋਹ ਮਮਤਾ ਦੇ ਬੰਧਨਾਂ ਤੋਂ। ਤੀਸਰਾ ਉਹਦੇ ਚੋਂ ਅਰਥ ਨਿਕਲਦਾ ਸੱਚਾ ਹੋਣਾ। ਸੱਚਾ ਲੋਕਾਂ ਨਾਲ ਹੀ ਨਹੀਂ, ਸਗੋਂ ਸਭ ਤੋਂ ਪਹਿਲਾਂ ਸਾਨੂੰ ਚਾਹੀਦਾ ਸੱਚੇ ਅਸੀਂ ਆਪਣੇ ਆਪ ਨਾਲ ਹੋਈਏ। ਜਿੰਨਾ ਚਿਰ ਅਸੀਂ ਆਪਣੇ ਆਪ ਨਾਲ ਸੱਚੇ ਨਹੀਂ, ਉਹਨਾਂ ਚਿਰ ਕਿਸੇ ਹੋਰ ਨਾਲ ਕਿਵੇਂ ਹੋ ਸਕਦੇ ਹਾਂ। ਜੇ ਕਿਸੇ ਹੋਰ ਨਾਲ ਸੱਚੇ ਹੋ ਰਹੇ ਹਾਂ ਬਾਹਰੋਂ, ਤੇ ਇਹਦਾ ਮਤਲਬ ਅਸੀਂ ਬਹਿਰੂਪੀਏ ਹਾਂ। ਸਾਨੂੰ ਆਪਣੇ ਆਪ ਨਾਲ ਪਹਿਲਾਂ ਸੱਚਿਆਂ ਹੋਣ ਦੀ ਲੋੜ ਏ, ਤੇ ਫਿਰ ਦੂਜਿਆਂ ਨਾਲ। ਤੇ ਇਨਸਾਨ ਸੱਚਾ ਅਸਲ ਵਿੱਚ ਉਦੋਂ ਹੁੰਦਾ ਹੈ ਜਦੋਂ ਇਹ ਸੱਚ ਨਾਲ ਜੁੜਦਾ ਹੈ, ਤੇ ਸੱਚ ਇੱਕੋ ਹੀ ਏ, ਪਰਮਾਤਮਾ। ਅਸੀਂ ਵਿਚਾਰ ਕਰਦੇ ਹੁੰਦੇ ਹਾਂ ਸੱਚ 2 ਤਰ੍ਹਾਂ ਦਾ ਹੁੰਦਾ ਹੈ। ਇੱਕ ਸੱਚ ਹੁੰਦਾ ਹੈ ਵਕਤੀ, ਇੱਕ ਸੱਚ ਹੁੰਦਾ ਹੈ ਸਦੀਵੀ। ਅਸੀਂ ਹੁਣ ਇਸ ਵਕਤ ਇੱਕ ਵਕਤੀ ਸੱਚ ਵੇਖ ਰਹੇ ਹਾਂ, ਮੈਂ ਬੋਲ ਰਿਹਾ ਹਾਂ, ਤੁਸੀਂ ਸੁਣ ਰਹੇ ਹੋ, ਇਹ ਸੱਚ ਹੈ। ਲੇਕਿਨ ਇਹ ਵਕਤੀ ਸੱਚ ਏ। ਕੋਈ ਸਮਾਂ ਸੀ ਇਹ ਸਭ ਕੁਝ ਨਹੀਂ ਸੀ, ਕੋਈ ਸਮਾਂ ਥੋੜੀ ਦੇਰ ਬਾਅਦ ਹੋਏਗਾ ਅਸੀਂ ਇਹ ਸਭਾ ਉਠਾ ਦੇਾਂਗੇ, ਉਹ ਸੱਚ ਪਿੱਛੇ ਰਹਿ ਜਾਏਗਾ। ਇੱਕ ਸੱਚ ਹੁੰਦਾ ਹੈ ਸਦੀਵੀ, ਜਿਹੜਾ ਸਦਾ ਰਹਿੰਦਾ ਹੈ, ਉਹ ਹੈ ਕੇਵਲ ਤੇ ਕੇਵਲ ਪਰਮਾਤਮਾ। ਉਹੋ ਜੀ ਸਚਾਈ ਇਸ ਬ੍ਰਹਿਮੰਡ ਵਿੱਚ ਹੋਰ ਕੋਈ ਵੀ ਨਹੀਂ। ਉਸ ਦੇ ਨਾਲ ਆਪਣਾ ਨਾਤਾ ਜੋੜ ਲੈਣਾ, ਸੱਚਿਆਂ ਹੋਣਾ। ਚੌਥਾ ਬਚਨ ਹੈ ਸੁਹਿਰਦ ਹੋਣਾ। ਸੁਹਿਰਦ ਦਾ ਮਤਲਬ ਹੁੰਦਾ ਹੈ ਸ਼ੁੱਧ ਹਿਰਦੇ ਵਾਲਾ ਬਣਨਾ, ਨੇਕ ਹਿਰਦੇ ਵਾਲਾ ਬਣਨਾ। ਹਿਰਦਾ ਕਿਸੇ ਦੇ ਦੁੱਖ ਨੂੰ ਵੇਖ ਕੇ ਪਿਘਲ ਜਾਏ, ਕਿਸੇ ਦੀ ਤਕਲੀਫ ਨੂੰ ਵੇਖ ਕੇ ਉਹਦਾ ਸਾਥ ਦੇਵੇ, ਕਿਸੇ ਦੇ ਸੁੱਖ ਵਿੱਚ ਦੁਖੀ ਹੋਣ ਦੀ ਬਜਾਏ ਆਪ ਸੁੱਖ ਮਹਿਸੂਸ ਕਰੇ, ਉਸ ਨੂੰ ਕਹਿੰਦੇ ਨੇ ਸੁਹਿਰਦ ਹੋਣਾ। ਪੰਜਵਾਂ ਬਚਨ ਸੀ ਸਿੱਧਾ ਹੋਣਾ। ਸਿੱਧਾ ਹੋਣ ਤੋਂ ਭਾਵ ਅਸੀਂ ਇਹ ਨਹੀਂ ਕਿ ਸਿੱਧੇ ਉੱਠ ਕੇ ਖੜੇ ਹੋ ਜਾਾਂਗੇ ਤੇ ਸਿੱਧੇ ਹੋ ਗਏ। ਸਿੱਧੇ ਦਾ ਭਾਵ ਹੈ ਸਾਧਾਰਨਤਾ ਜ਼ਿੰਦਗੀ ਵਿੱਚ ਅਪਣਾ ਲੈਣੀ, ਆਪਣੇ ਜੀਵਨ ਵਿੱਚੋਂ ਵਲ ਛਲ ਕੱਢ ਦੇਣੇ। ਲੋਕਾਂ ਦੇ ਨਾਲ ਅਸੀਂ ਪਿੱਛੇ ਜੇ ਗੱਲ ਕਰਦੇ ਸਾਂ, ਫਰੀਦ ਜੀ ਨੇ ਆਖਿਆ ਸੀ ਟੋਏ ਟਿੱਬੇ ਲਾ। ਇਹ ਟੋਇਆਂ ਟਿੱਬਿਆਂ ਨੂੰ ਉਤਾਰਨਾ, ਮਨ ਦੇ ਉਤਰਾਵ ਤੇ ਚੜਾਵ ਇਹਨਾਂ ਨੂੰ ਖਤਮ ਕਰਨਾ। ਇਹਦਾ ਭਾਵ ਹੈ ਸਿੱਧੇ ਹੋਣਾ, ਕਿਸੇ ਨਾਲ ਬਚਨ ਸਿੱਧਾ ਕਰਨਾ, ਸਾਫ਼ ਕਰਨਾ। ਬਚਨਾਂ ਵਿੱਚ ਕੋਈ ਵਲ ਵਿੰਗ ਨਾ ਹੋਵੇ, ਕੋਈ ਝੂਠ ਨਾ ਹੋਵੇ। ਤੇ ਛੇਵਾਂ ਸੀ ਮਜ਼ਬੂਤ ਹੋਣਾ। ਮਜ਼ਬੂਤ ਹੋਣ ਤੋਂ ਮਤਲਬ ਇਹ ਕਿ ਕਿਸੇ ਦਾ ਭੈ ਨਾ ਮੰਨਣਾ। ਜਿਹੜਾ ਨਿਯਮ ਜ਼ਿੰਦਗੀ 'ਚ ਬਣਾਇਆ ਉਸ ਨੂੰ ਸਿਰ ਪਰਯੰਤ ਨਿਭਾ ਦੇਣਾ। ਕਿੰਨੇ ਮਜ਼ਬੂਤ ਸਨ ਉਹ ਸਿੰਘ ਜਿਹੜੇ ਲੱਖਾਂ ਦਾ ਮੁਕਾਬਲਾ ਕੱਲੇ ਕਰ ਗਏ। ਉਹਨਾਂ ਨੂੰ ਦਿਸ ਰਿਹਾ ਸੀ ਚਮਕੌਰ ਦੀ ਗੜੀ ਵਿੱਚ ਕਿ ਜੇ ਅਸੀਂ ਇਸ ਮੁਲਖਈਏ ਵਿੱਚ ਜਾ ਵੜੇ ਤੇ ਸਾਡੀ ਬੋਟੀ ਨਹੀਂ ਆਉਣੀ, ਪਰ ਉਹਨਾਂ ਨੇ ਪਿੱਛਾ ਫੇਰ ਨਾ ਮੋਹ ਡੜਾ, ਪਿੱਛੇ ਮੂੰਹ ਘੁਮਾ ਕੇ ਨਹੀਂ ਵੇਖਿਆ, ਅੱਗੇ ਹੀ ਗਏ। ਇਸ ਨੂੰ ਕਹਿੰਦੇ ਨੇ ਮਜ਼ਬੂਤ ਹੋਣਾ, ਆਪਣੇ ਬਚਨਾਂ ਉੱਤੇ ਪੱਕਿਆਂ ਰਹਿਣਾ। ਜੋ ਕਿਸੇ ਨਾਲ ਬਚਨ ਕੀਤਾ ਸਿਰ ਜਾਏ ਤਾਂ ਜਾਏ, ਮੇਰਾ ਸਿੱਖੀ ਸਿਦਕ ਨਾ ਜਾਏ, ਇਸ ਨੂੰ ਕਹਿੰਦੇ ਨੇ ਮਜ਼ਬੂਤ ਹੋਣਾ। ਇਹ ਗੁਣ ਬਖਸ਼ੇ ਸਨ ਗੁਰੂ ਮਹਾਰਾਜ ਜੀ ਨੇ ਸਾਨੂੰ ਖਾਲਸਾ ਬਣਾ ਕੇ। ਇੱਕ ਇਹਦਾ ਅਰਥ ਹੋਰ ਹੁੰਦਾ ਹੈ ਖਾਲਸੇ ਦਾ। ਅਰਬੀ ਵਿੱਚੋਂ ਜਦੋਂ ਇਹ ਸ਼ਬਦ ਆਉਂਦਾ ਉਦੋਂ ਇਹਦਾ ਅਰਥ ਹੁੰਦਾ ਹੈ ਕਿਸੇ, ਜਿਵੇਂ ਕੋਈ ਜ਼ਮੀਨ ਹੈ, ਕੋਈ ਜਾਇਦਾਦ ਹੈ, ਜਿਹਦਾ ਹੱਕ ਕਿਸੇ, ਜਿਹਦੇ ਉੱਤੇ ਕਿਸੇ ਹੋਰ ਦਾ ਹੱਕ ਨਾ ਹੋਵੇ, ਉਹ ਸਿੱਧੀ ਬਾਦਸ਼ਾਹ ਦੇ ਅਧੀਨ ਹੋਵੇ।
ਉਹਦਾ ਕੋਈ ਜਾਗੀਰਦਾਰ ਨਾ ਹੋਵੇ, ਉਹਦਾ ਕੋਈ ਮਾਮਲਾ ਭਰਨ ਵਾਲਾ ਨਾ ਹੋਵੇ, ਉਹਦਾ ਕੋਈ ਠੇਕੇਦਾਰ, ਕੋਈ ਹਿੱਸੇਦਾਰ ਨਾ ਹੋਵੇ। ਉਸ ਜ਼ਮੀਨ ਜਾਇਦਾਦ ਉੱਤੇ ਬਾਦਸ਼ਾਹ ਦਾ ਸਿੱਧਾ ਅਖਤਿਆਰ ਚੱਲਦਾ ਹੋਵੇ, ਉਸ ਨੂੰ ਖਾਲਸਾ ਜਾਇਦਾਦ ਆਖਿਆ ਜਾਂਦਾ। ਇਹ ਜਿਹੜਾ ਖਾਲਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਣਾਇਆ, ਇਹਦਾ ਸਿੱਧਾ ਸੰਬੰਧ ਪਰਮੇਸ਼ਵਰ ਨਾਲ ਜੋੜਿਆ। ਇਹ ਹੁਣ ਸਿੱਧਾ ਉਹਦੇ ਅਧੀਨ ਰਹਿ ਕੇ ਕਾਰਜ ਕਰੇਗਾ। ਇਹ ਦੇਵੀਆਂ ਦੇਵਤਿਆਂ ਦੀ ਪੂਜਾ ਨਹੀਂ ਕਰੇਗਾ, ਇਹ ਮੜੀਆਂ ਮਸਾਣਾਂ ਤੇ ਜਾ ਕੇ ਮੱਥੇ ਨਹੀਂ ਟੇਕੇਗਾ, ਇਹ ਬਾਬਿਆਂ ਪੀਰਾਂ ਦੀਆਂ ਸ਼੍ਰੇਣੀਆਂ ਨਹੀਂ ਵੰਡੇਗਾ। ਇਹਦਾ ਸੰਬੰਧ ਸਿੱਧਾ ਰੱਬ ਨਾਲ ਹੋਏਗਾ। ਸੋ ਇਹ ਅਰਥ ਨੇ ਖਾਲਸ ਦੇ। ਸੋ ਅਸੀਂ ਖਾਲਸ ਬਣਨਾ ਹੈ। ਰਹਿਤਨਾਮਿਆਂ ਵਿੱਚ ਇਹ ਬਚਨ ਲਿਖੇ ਹੋਏ ਮਿਲਦੇ ਨੇ, ਖਾਲਸਾ ਖਾਸ ਕਹਾਵੈ ਸੋਈ, ਜਾ ਕੇ ਹਿਰਦੈ ਭਰਮ ਨਾ ਹੋਈ। ਭਰਮ ਭੇਖ ਤੇ ਰਹਿ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ। ਹੁਣ ਤੁਸੀਂ ਇੱਥੇ ਵੇਖ ਸਕਦੇ ਹੋ, ਭਰਮ ਅਤੇ ਭੇਖ ਦੋ ਸ਼ਬਦ ਨੇ। ਭੇਖ ਹੁੰਦਾ ਜਿਹੜਾ ਅਸੀਂ ਬਾਹਰੀ ਤੌਰ ਤੇ ਬਣਾਉਂਦੇ ਹਾਂ ਸਰੀਰ ਉੱਤੇ, ਤੇ ਭਰਮ ਹੁੰਦਾ ਜਿਹੜਾ ਅਸੀਂ ਆਪਣੇ ਅੰਦਰ ਪਾਲਿਆ ਹੁੰਦਾ ਹੈ। ਇਹ ਦੋਹਾਂ ਚੀਜ਼ਾਂ ਤੋਂ ਉੱਚਾ ਉੱਠਣਾ ਹੈ, ਭੇਖ ਤੋਂ ਵੀ ਤੇ ਭਰਮ ਤੋਂ ਵੀ। ਜਿਹੜਾ ਇਹਨਾਂ ਦੋਹਾਂ ਚੀਜ਼ਾਂ ਤੋਂ ਉੱਚਾ ਉੱਠ ਜਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਨਿਗਾਹ ਵਿੱਚ, ਉਹ ਇਨਸਾਨ ਖਾਲਸਾ ਹੈ। ਸੋ ਆਪਾਂ ਅੱਜ ਇਹ ਆਪਣੇ ਅੰਦਰ ਝਾਤੀ ਮਾਰਨੀ, ਮੈਂ ਆਪਣੇ ਅੰਦਰ ਤੇ ਤੁਸੀਂ ਆਪਣੇ ਅੰਦਰ। ਤੁਸੀਂ ਮੇਰੇ ਵੱਲ ਨਹੀਂ ਵੇਖੋ ਤੇ ਮੈਂ ਤੁਹਾਡੇ ਵੱਲ ਨਹੀਂ ਵੇਖਾਂ ਕਿ ਤੁਸੀਂ ਕੀ ਕਰਦੇ ਹੋ ਤੇ ਮੈਂ ਕੀ ਕਰਦਾ। ਵੇਖਣਾ ਹੈ ਕਿ ਮੈਂ ਕੀ ਕਰਦਾ। ਆਪਣੇ ਆਪ ਵੱਲ ਆਪ ਝਾਤੀ ਮਾਰਨੀ ਹੈ, ਜਿਸ ਨੂੰ ਆਖੀਦਾ ਆਤਮ ਨਿਰੀਖਣ ਕਰਨਾ। ਆਪਣੇ ਆਪ ਦੀ ਆਪ ਪੜਚੋਲ ਕਰਨਾ ਕਿ ਸੱਚਮੁੱਚ ਉਹ ਜਿਹੜੇ ਉੱਤੇ ਗੁਣ ਅਸੀਂ ਛੇਆਂ ਦਾ ਵਰਣਨ ਕੀਤਾ ਹੈ, ਕਿ ਉਹ ਮੇਰੇ ਤੇ ਘਟਦੇ ਨੇ, ਕਿ ਉਹਨਾਂ ਵਿੱਚੋਂ ਮੈਂ ਕਿਸੇ ਗੁਣ ਨੂੰ ਧਾਰਨ ਕੀਤਾ ਹੋਇਆ, ਨਹੀਂ ਕੀਤਾ ਤੇ ਕਿਉਂ ਨਹੀਂ ਕੀਤਾ, ਜੇ ਨਹੀਂ ਕੀਤਾ ਤੇ ਕਿਉਂ ਮੈਨੂੰ ਕਰਨੇ ਕਿਉਂ ਨਹੀਂ ਚਾਹੀਦੇ। ਇਹ ਚੀਜ਼ਾਂ ਜੀ ਅਸੀਂ ਆਪਣੇ ਆਪ ਵੇਖਣੀਆਂ ਨੇ। ਕਿਸੇ ਨੇ ਨਹੀਂ ਸਾਨੂੰ ਆਖਣ ਆਉਣਾ ਕਿ ਤੁਸੀਂ ਚੰਗੇ ਇਨਸਾਨ ਬਣੋ ਜਾਂ ਬੁਰੇ ਇਨਸਾਨ ਬਣੋ, ਨਾ ਕੋਈ ਕਿਸੇ ਦੇ ਆਖਿਆਂ ਬਣਦਾ ਹੈ। ਇਹ ਸਭ ਕੁਝ ਸਾਨੂੰ ਆਪ ਸੋਚਣਾ ਹੋਏਗਾ। ਅਸੀਂ ਇਹਨਾਂ ਭੇਖਾਂ ਤੋਂ, ਇਹਨਾਂ ਭਰਮਾਂ ਤੋਂ ਉੱਚੇ ਉੱਠਾਂਗੇ ਤੇ ਅੱਜ ਸਾਡਾ ਇਹ ਵਿਸਾਖੀ ਜਾਂ ਖਾਲਸਾ ਦਾ ਸਾਜਨਾ ਦਿਹਾੜਾ ਜਿਹੜਾ ਹੈ, ਇਹ ਮਨਾਇਆ ਹੋਇਆ ਸਫਲ ਹੋ ਜਾਏਗਾ। ਅਖੀਰ ਵਿੱਚ ਕਹਿਣਾ ਚਾਹਾਂਗਾ, ਕਬੀਰ ਸਾਹਿਬ ਜੀ ਨੇ ਆਖਿਆ ਸੀ, ਕਹੋ ਕਬੀਰ ਜਨ ਭਏ ਖਾਲਸੇ, ਪ੍ਰੇਮ ਭਗਤ ਜਿਹੇ ਜਾਨੀ। ਇਹ ਪ੍ਰੇਮਾ ਭਗਤੀ ਵੀ ਇੱਕ ਗੁਣ ਹੈ, ਇਹ ਹੋਰ ਕੁਝ ਨਹੀਂ। ਐਸਾ ਨਹੀਂ ਕਿ ਇੱਥੇ ਆ ਕੇ ਹੱਥ ਜੋੜ ਕੇ ਲੰਮਾ ਸਮਾਂ ਖੜੇ ਰਹੀਏ ਤੇ ਬੜਾ ਪ੍ਰੇਮ ਬਣ ਜਾਂਦਾ ਰੱਬ ਨਾਲ। ਡੰਡੌਤ ਬੰਦਨਾ ਕਰੀਏ, ਲੰਮੇ ਪੈ ਕੇ ਨੱਕ ਰਗੜੀਏ ਤੇ ਫਿਰ ਬੜਾ ਰੱਬ ਨਾਲ ਪ੍ਰੇਮ ਬਣਦਾ। ਐਸਾ ਕੁਝ ਵੀ ਨਹੀਂ ਹੁੰਦਾ। ਪ੍ਰੇਮ ਸਾਡੇ ਅੰਦਰ ਦੀ ਖੇਡ ਹੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅਸੀਂ ਆਪਣੇ ਅੰਦਰੋਂ ਵੇਖਣਾ ਕਿ ਕੀ ਗੁਰੂ ਨਾਲ, ਪਰਮੇਸ਼ਵਰ ਨਾਲ, ਸਿੱਖੀ ਨਾਲ, ਸਿੱਖ ਸਮਾਜ ਨਾਲ, ਸਿੱਖੀ ਸਿਧਾਂਤਾਂ ਨਾਲ ਮੈਨੂੰ ਕੋਈ ਪ੍ਰੇਮ ਹੈ ਕਿ ਮੈਂ ਕੇਵਲ ਬਹਿਰੂਪੀਆ ਬਣਿਆ ਹੋਇਆ ਬਾਣਾ ਧਾਰਨ ਕਰਕੇ। ਇਹ ਗੁਰਮੁਖੋ ਅਸੀਂ ਆਪ ਆਪਣੇ ਅੰਦਰ ਵੇਖਣਾ, ਕਿਸੇ ਨੇ ਸਾਨੂੰ ਨਹੀਂ ਆਖਣਾ। ਤੇ ਜਿਹੜੇ ਮਨੁੱਖ ਇਹ ਗੱਲ ਸਮਝ ਗਏ ਪ੍ਰੇਮਾ ਭਗਤੀ ਕੀ ਏ, ਉਹ ਖਾਲਸੇ ਬਣ ਗਏ। ਕਬੀਰ ਸਾਹਿਬ ਕੋਈ ਆਨੰਦਪੁਰ ਸਾਹਿਬ ਨਹੀਂ ਸੀ ਗਏ ਅੰਮ੍ਰਿਤ ਛਕਣ, ਉਹਨਾਂ ਨੇ ਕੋਈ ਖੰਡੇ ਬਾਟੇ ਦੀ ਪੌਲ ਨਹੀਂ ਸੀ ਲਈ, ਲੇਕਿਨ ਉਹ ਕਹਿੰਦੇ ਨੇ ਮੈਂ ਖਾਲਸਾ ਹੋ ਗਿਆ। ਕੀ ਅਸੀਂ ਖਾਲਸੇ ਹੋਏ ਹਾਂ ਕਬੀਰ ਜੀ ਵਰਗੇ? ਇਹੋ ਜਿਹੀਆਂ ਗੱਲਾਂ ਸਮਝਣ ਵਾਲੀਆਂ ਨੇ ਜੀ ਗੁਰਬਾਣੀ ਦੇ ਅੰਦਰੋਂ, ਜਿਨ੍ਹਾਂ ਨੂੰ ਅਸੀਂ ਸਮਝਣ ਤੋਂ ਤੇ ਸਮਝਾਉਣ ਤੋਂ ਬਿਲਕੁਲ ਅਸਮਰਥ ਰਹੇ ਹਾਂ। ਕੇਵਲ ਇੱਕੋ ਹੀ ਰੱਟ ਲਗਾਈ ਹੈ, ਤੁਸੀਂ ਖੰਡੇ ਬਾਟੇ ਦੀ ਪੌਲ ਛਕ ਲਵੋ। ਮੈਂ ਨਹੀਂ ਕਹਿ ਰਿਹਾ ਕਿ ਨਾ ਛਕੋ, ਮੈਂ ਕਹਿ ਰਿਹਾ ਜ਼ਰੂਰ ਛਕੋ, ਪਰ ਉਹਨੂੰ ਸਮਝ ਤੇ ਲਵੋ ਪਹਿਲਾਂ। ਸਾਡੇ ਅੰਦਰ ਦਇਆ ਆਵੇ, ਸਾਡੇ ਅੰਦਰ ਧਰਮ ਆਵੇ, ਸਾਡੇ ਅੰਦਰ ਮੁਹਕਮਤਾ ਆਵੇ, ਸਾਡੇ ਅੰਦਰ ਹਿੰਮਤ ਆਵੇ, ਤੇ ਫਿਰ ਅਸੀਂ ਸਾਹਿਬ ਬਣ ਸਕਦੇ ਹਾਂ। ਇਹ ਪੰਜ ਪਿਆਰਿਆਂ ਦੇ ਨਾਂ ਹਨ।
ਸੋ ਅਸੀਂ ਯਤਨ ਕਰੀਏ ਜੀ ਉਹਨਾਂ ਗੁਣਾਂ ਨੂੰ ਧਾਰੀਏ। ਜੇ ਆਪਾਂ ਗੁਣਾਂ ਨੂੰ ਧਾਰਨ ਕਰ ਲਿਆ ਆਪਣੀ ਜ਼ਿੰਦਗੀ ਦੇ ਅੰਦਰ ਤੇ ਆਪਾਂ ਖਾਲਸੇ ਬਣ ਜਾਵਾਂਗੇ। ਤੇ ਜੇ ਉਹ ਕੰਮ ਆਪਾਂ ਨਾ ਕਰ ਪਾਏ ਤੇ ਵੱਡੀਆਂ ਵੱਡੀਆਂ ਕਿਰਪਾਨਾਂ ਪਾ ਕੇ ਫਿਰ ਅਸੀਂ ਕੇਵਲ ਤੇ ਕੇਵਲ ਲੜਾਈ ਦੀ ਜੜ ਹੀ ਬਣ ਕੇ ਰਹਿ ਜਾਵਾਂਗੇ। ਸਿੱਖਾਂ ਦੀਆਂ ਲੜਾਈਆਂ, ਉਹ ਕਿਸੇ ਨੇ ਜਹਾਜ਼ ਵਿੱਚ ਨਹੀਂ ਚੜ੍ਹਨ ਦਿੱਤਾ, ਉੱਥੇ ਲੜਾਈ ਹੋ ਗਈ ਸਾਡੀ। ਕਿਸੇ ਨੇ ਬੈਂਕ 'ਚ ਨਹੀਂ ਵੜਨ ਦਿੱਤਾ, ਉੱਥੇ ਲੜਾਈ ਹੋ ਗਈ ਸਾਡੀ। ਇੱਥੋਂ ਤੱਕ ਅਸੀਂ ਕਿਰਪਾਨ ਲੈ ਕੇ ਪਾਰਲੀਮੈਂਟ ਦੇ ਬੂਹੇ ਅੱਗੇ ਵੀ ਅੜ ਜਾਂਦੇ ਆ ਕਿ ਅਸੀਂ ਅੰਦਰ ਵੱਡੀ ਸਾਰੀ ਕਿਰਪਾਨ ਲੈ ਕੇ ਹੀ ਜਾਣਾ, ਉਸ ਤੋਂ ਬਿਨਾਂ ਅੰਦਰ ਨਹੀਂ ਅਸੀਂ ਵੜਨਾ। ਕਿੰਨਾ ਚੰਗਾ ਹੁੰਦਾ ਜੇ ਅਸੀਂ ਅੰਦਰ ਬਹਿ ਕੇ ਗੱਲ ਕਰਦੇ ਉਹਨਾਂ ਲੋਕਾਂ ਦੇ ਨਾਲ ਕਿ ਸਾਡੇ ਸਿਧਾਂਤ ਕੀ ਨੇ। ਆਹ ਗੱਲਾਂ ਅਸੀਂ ਸਮਝ ਹੀ ਨਹੀਂ ਰਹੇ। ਅਸੀਂ ਦਰਵਾਜ਼ੇ ਤੇ ਅੜ ਜਾਂਦੇ ਆ ਕਿ ਨਹੀਂ, ਕਿਰਪਾਨ ਤੋਂ ਬਿਨਾਂ ਮੈਂ ਅੰਦਰ ਨਹੀਂ ਵੜ ਸਕਦਾ। ਔਰ ਪੂਰੀ ਦੁਨੀਆ ਵਿੱਚ ਸਿੱਖ ਅੱਜ ਇਹੋ ਹੀ ਲੜਾਈ ਲੜ ਰਹੇ ਨੇ। ਕਿੰਨੀ ਵੱਡੀ એનર્ਜੀ ਅਸੀਂ ਵੇਸਟ ਕਰਦੇ ਹਾਂ ਬਿਨਾਂ ਕਿਸੇ ਕਾਰਨ ਤੋਂ, ਬਿਨਾਂ ਕਿਸੇ ਗੱਲ ਤੋਂ। ਇੱਥੇ ਇੱਕ ਦਿਨ ਸਕੂਲ ਵਿੱਚ ਗੱਲ ਹੋਈ ਤੇ ਕਹਿਣ ਲੱਗੇ ਸਾਡਾ ਬੱਚਾ ਕਿਰਪਾਨ ਪਾ ਕੇ ਜਾਏਗਾ। ਉਹ ਸਕੂਲ ਦੇ ਅੰਦਰ ਘੱਟ ਤੋਂ ਘੱਟ 1200 ਵਿਦਿਆਰਥੀ ਪੜ੍ਹਦੇ ਨੇ। ਜੇ 1199 ਵਿਦਿਆਰਥੀ ਬਿਨਾਂ ਕਿਰਪਾਨ ਤੋਂ ਜਾਂਦੇ ਨੇ ਤੇ ਤੁਹਾਡਾ ਬੱਚਾ ਕਿਰਪਾਨ ਪਾ ਕੇ ਕਿਉਂ ਜਾਏਗਾ? ਤੁਹਾਡੇ ਲਈ ਕੋਈ ਨਵੇਂ ਕਾਨੂੰਨ ਬਣਾਏ ਜਾਣ, ਤੁਹਾਡੇ ਲਈ ਕੋਈ ਨਵੇਂ ਵਿਧਾਨ ਘੜੇ ਜਾਣ। ਇਹ ਜੀ ਸਾਨੂੰ ਸਮਝਣਾ ਪੈਣਾ ਹੈ। ਸਾਨੂੰ ਚੰਗੇ ਇਨਸਾਨ ਬਣਨਾ ਹੈ। ਮੈਂ ਨਹੀਂ ਕਹਿੰਦਾ ਅਸੀਂ ਕਕਾਰ ਉਤਾਰ ਦੇਣੇ ਨੇ। ਕਕਾਰਾਂ ਦੀ ਵੱਧ ਤੋਂ ਵੱਧ ਹਿਫਾਜ਼ਤ ਕਰਨੀ, ਕਕਾਰਾਂ ਨੂੰ ਧਾਰਨ ਕਰਨਾ, ਪਰ ਕਿਸੇ ਲਕੀਰ ਦੇ ਫਕੀਰ ਨਹੀਂ ਹੋ ਜਾਣਾ। ਵਹਿਮਾਂ ਭਰਮਾਂ ਤੋਂ ਉੱਚੇ ਉੱਠ ਕੇ ਅੱਜ ਦੇ ਦਿਨ ਦਾ ਜੋ ਸਾਨੂੰ ਸਿਧਾਂਤ ਬਖਸ਼ਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇੰਨੇ ਕੁ ਬਚਨ ਅੱਜ ਤੁਸੀਂ ਪ੍ਰਵਾਨ ਕਰਨਾ ਜੀ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।